हाँ जी, गुड मॉर्निंग स्टूडेंट्स। ਤਾਂ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇਲੈਕਟ੍ਰਿਕ ਫੀਲਡ ਐਟ ਅ ਪੁਆਇੰਟ ਔਨ ਦਾ ਇਕੁਆਟੋਰੀਅਲ ਲਾਈਨ ਆਫ ਐਨ ਇਲੈਕਟ੍ਰਿਕ ਡਾਈਪੋਲ। ਤਾਂ ਇਹਦੇ ਰਿਲੇਟਡ ਤੁਸੀਂ ਆਲਰੇਡੀ ਜਿਹੜਾ ਆ ਟੌਪਿਕ ਉਹ ਕਰ ਚੁੱਕੇ ਆ, ਇਲੈਕਟ੍ਰਿਕ ਫੀਲਡ ਔਨ ਦਾ ਐਕਸੀਅਲ ਲਾਈਨ ਆਫ ਦਾ ਡਾਈਪੋਲ। ਅੱਜ ਅਸੀਂ ਇਸ ਆਰਟੀਕਲ ਦੇ ਵਿੱਚ, ਇਸ ਵੀਡੀਓ ਦੇ ਵਿੱਚ ਇਕੁਆਟੋਰੀਅਲ ਪੁਆਇੰਟ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਕੁਆਟੋਰੀਅਲ ਪੁਆਇੰਟ ਹੁੰਦਾ ਕੀ ਹੈ। ਸੇ ਤੁਹਾਡੇ ਕੋਲ ਦੋ ਪੁਆਇੰਟਸ ਨੇ ਜਿਨ੍ਹਾਂ ਤੋਂ ਮਿਲ ਕੇ ਡਾਈਪੋਲ ਬਣਿਆ ਹੋਇਆ। ਸੇ ਦਿਸ ਪੁਆਇੰਟ ਇਜ਼ A where minus q charge is situated and this point is B where plus q charge is situated and this makes an electric dipole। ਹੁਣ ਮੈਂ ਅਗਰ ਤੁਹਾਨੂੰ ਇਹ ਪੁੱਛਾਂ ਕਿ ਉਹ ਪੁਆਇੰਟ ਦੱਸੋ ਜਿਹੜੇ ਇਹਨਾਂ ਦੋਨੋਂ ਪੁਆਇੰਟਸ ਤੋਂ A ਔਰ B ਤੋਂ ਦੋਨੋਂ ਇਕੁਈ ਡਿਸਟੈਂਟ ਹੋਣਗੇ, ਤਾਂ ਉਹ ਪੁਆਇੰਟਸ ਕਿੱਥੇ ਹੋਣਗੇ? ਇੱਕ ਤਾਂ ਇੱਥੇ ਹੋ ਜਾਏਗਾ ਬਿਲਕੁਲ ਸੈਂਟਰ ਦੇ ਵਿੱਚ। ਉਸ ਤੋਂ ਬਾਅਦ ਅਗਰ ਇਸੇ ਪੁਆਇੰਟ ਦੇ ਉੱਪਰ ਮੈਂ ਇੱਥੇ ਪੁਆਇੰਟ ਲਵਾਂ, ਉਹ ਵੀ ਇਕੁਈ ਡਿਸਟੈਂਟ ਹੋਏਗਾ। ਇੱਥੇ ਲੈ ਲਵਾਂ, ਇਹ ਸਾਰੇ ਜਿੰਨੇ ਵੀ ਪੁਆਇੰਟ ਇਸ ਲਾਈਨ ਦੇ ਉੱਪਰ ਹੋਣਗੇ ਦੇ ਆਰ ਇਕੁਈ ਡਿਸਟੈਂਟ ਫਰੋਮ ਦਾ two points A and B। ਹੁਣ ਅਸੀਂ ਆਪਣੇ ਵੱਲੋਂ ਇੱਕ ਪੁਆਇੰਟ ਮੰਨ ਲੈਣਾ ਹੈ, ਸੇ ਦਿਸ ਇਜ਼ ਦਾ ਪੁਆਇੰਟ, ਔਰ ਇਸ ਪੁਆਇੰਟ ਦਾ ਨਾਮ ਅਸੀਂ ਰੱਖਤਾ P। ਇਹਦਾ ਡਿਸਟੈਂਸ ਜਿਹੜਾ ਹੋਏਗਾ A ਤੋਂ ਔਰ B ਤੋਂ ਜਿਹੜਾ ਆ ਉਹ ਸੇਮ ਹੋਏਗਾ। ਜਿਹੜੀ ਇਹ ਲਾਈਨ ਹੈ, ਦਿਸ ਲਾਈਨ, ਜਿਹਦੇ ਉੱਪਰ ਕੰਡੀਸ਼ਨ ਕੀ ਹੈ ਕਿ ਸਾਰੇ ਦੇ ਸਾਰੇ ਜਿਹੜੇ ਪੁਆਇੰਟਸ ਹੈ ਉਹ A ਔਰ B ਤੋਂ ਇਕੁਈ ਡਿਸਟੈਂਟ ਨੇ, ਤਾਂ ਇਸ ਲਾਈਨ ਨੂੰ ਅਸੀਂ ਬੋਲਦੇ ਹਾਂ ਇਕੁਆਟੋਰੀਅਲ ਲਾਈਨ। ਕਲੀਅਰ ਹੈ ਬੱਚੇ? ਤਾਂ ਅਸੀਂ ਇੱਥੇ ਇਸ ਪੁਆਇੰਟ ਨੂੰ, ਜਿਹੜਾ ਸੈਂਟਰਲ ਪੁਆਇੰਟ ਹੈ ਸਾਡੇ ਡਾਈਪੋਲ ਦਾ, ਉਹਨੂੰ ਅਸੀਂ ਇਹਦਾ ਸੈਂਟਰ ਮੰਨ ਲੈਂਦੇ ਹਾਂ। ਲਾਈਨ ਇਹਦੇ ਵਿੱਚੋਂ, ਉਹ ਪੁਆਇੰਟ ਦੇ ਵਿੱਚੋਂ ਪਾਸ ਕਰ ਰਹੀ ਹੈ, ਔਰ ਜਿਹੜੀ ਲੈਂਥ ਹੈ ਡਾਈਪੋਲ ਦੀ, O ਤੋਂ ਲੈ ਕੇ A ਤੱਕ ਦਾ ਡਿਸਟੈਂਸ L ਹੈ। O ਤੋਂ ਲੈ ਕੇ B ਤੱਕ ਦਾ ਜਿਹੜਾ ਡਿਸਟੈਂਸ ਹੈ that is also L। O ਤੋਂ ਲੈ ਕੇ P ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਹੈ that is R। ਹੁਣ ਅਸੀਂ ਇਹਨਾਂ ਦੋਨੋਂ ਪੁਆਇੰਟ ਚਾਰजेस ਦੇ ਕਰਕੇ P ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਕੱਢਾਂਗੇ, ਔਰ ਉਹਨਾਂ ਇਲੈਕਟ੍ਰਿਕ ਫੀਲਡਸ ਦਾ ਯੂਜ਼ ਕਰਕੇ ਅਸੀਂ ਪੂਰੇ ਦੇ ਪੂਰੇ ਡਾਈਪੋਲ ਦੇ ਕਰਕੇ ਜਿਹੜੀ ਫੀਲਡ ਹੈ ਉਹਦੀ ਕੈਲਕੂਲੇਸ਼ਨ ਕਰਾਂਗੇ। ਹੁਣ ਸਭ ਤੋਂ ਪਹਿਲਾਂ ਦੇਖੋ, ਅਗਰ ਮੈਂ ਫੀਲਡ ਦੀ ਵੈਲਿਊ ਲਿਖਣੀ ਹੋਏ, ਫੀਲਡ ਐਟ ਕੈਪੀਟਲ P ਡਿਊ ਟੂ ਪੁਆਇੰਟ ਚਾਰਜ ਮਾਈਨਸ Q ਐਟ ਕੈਪੀਟਲ A, ਓਕੇ। तो इन्हों मैं नाम दे देना E माइनस कह लो या E1 कह लो, मानने का सेम थिंग। मैं E1 नाम दे देना। दिस इज इक्वल टू Q अपॉन 4 पाई एप्सिलॉन नॉट, और ये जो डिस्टेंस है इनू असी AP स्क्वायर लिख देने हैं। असी इत्थे अपने वालों यूनिट पॉजिटिव चार्ज मानते हुंदे हैं। ये असी जानते हैं कि जो भी इलैक्ट्रिक फोर्स पता करनी है, उतो फील्ड पता करनी है, तो यूनिट पॉजिटिव चार्ज के उपर जिन्नी फोर्स लग रही होएगी ड्यू टू सम चार्ज, वो जिहड़ी है उन्होंने असी इलैक्ट्रिक फील्ड बोलते हैं। और दूसरी गल ये है कि जिहड़ी इलैक्ट्रिक फील्ड है उसकी डायरैक्शन की हुंदी है, दैट इज फ्रॉम पॉजिटिव चार्ज टू नैगेटिव चार्ज। तो इस केस दे विच जिहड़ी डायरैक्शन होएगी फील्ड की, दैट विल बी फ्रॉम द पॉजिटिव चार्ज विच इज सिचुएटेड एट P, कैपिटल P, and it will be towards capital A where minus Q charge is placed। So I can readily draw it like this. This is your E1, this is the direction, and I can here write along PA, okay। So अगर मैं यदि वैल्यू करनी चाहूँ, what is AP? So in a right angled triangle, केड़ी ट्रायंगल आएगी? AOP
P AP square, this is equal to AO square plus OP square. Now I will put the values of AO and OP, which are L and R respectively. So what you get? You get the value of AP square. Therefore, what is E1? This is just equal to Q upon 4 pi epsilon naught. This will be L square plus R square along PA. I hope this part is clear. Now what about the field from the other charge, that is Q2, which is situated at capital B point. Now ਇੱਥੇ ਤੁਸੀਂ ਇੱਥੇ ਗੱਲ ਬੜੀ ਇੰਪੋਰਟੈਂਟ ਹੈ, ਉਹ ਤੁਸੀਂ ਸਮਝਣੀ ਆ। ਜਦੋਂ ਦੋ ਸਿਮਿਲਰ ਚਾਰजेस ਹੋਣ, ਸਾਡੇ ਕੋਲ ਦੋਨੋਂ ਪੋਜ਼ਿਟਿਵ ਚਾਰजेस ਨੇ, ਤਾਂ ਉਹਨਾਂ ਦੇ ਕਰਕੇ ਅਸੀਂ ਜਿਹੜੀ ਫੀਲਡ ਦੱਸਣੀ ਆ ਉਹ ਕਿੱਦਾਂ ਦੱਸਣੀ। ਹੁਣ ਦੇਖੋ ਇੱਥੇ ਆਹ ਜਿਹੜਾ ਚਾਰਜ ਹੈ ਇਹਦੀ ਅਸੀਂ ਜਿਹੜਾ ਮੈਗਨੀਟਿਊਡ ਲੈ ਰਹੇ ਆ, ਵੀ ਆਰ ਅਸਿਊਮਿੰਗ ਇਟ ਟੂ ਬੀ ਗ੍ਰੇਟਰ ਦੈਨ ਯੂਨਿਟੀ। ਓਕੇ, ਤਾਂ ਇਸ ਕਰਕੇ ਜਦੋਂ ਯਾਦ ਰੱਖ ਲਿਓ, ਜਦੋਂ ਦੋ ਸਿਮਿਲਰ ਚਾਰਜ ਹੋਣ ਤਾਂ ਲਾਰਜਰ ਚਾਰਜ ਤੋਂ ਸਮਾਲਰ ਚਾਰਜ ਵਾਲੇ ਪਾਸੇ ਨੂੰ ਇਲੈਕਟ੍ਰਿਕ ਫੀਲਡ ਦੀ ਜਿਹੜੀ ਆ ਡਾਇਰੈਕਸ਼ਨ ਹੁੰਦੀ ਆ। ਤਾਂ ਇਸ ਕੇਸ ਦੇ ਵਿੱਚ ਅਗਰ ਮੈਂ E2 ਫੀਲਡ ਲਿਖਾਂ, E2 that is a field at capital P due to charge Q at capital B, that will be equal to Q upon 4 pi epsilon naught. ਇੱਥੇ ਡਿਸਟੈਂਸ ਆਏਗਾ BP होल स्क्वायर, और जिदा मैं तुहानू एक्सप्लेन किया आ कि जेड़ा इसकी डायरेक्शन होएगी दैट विल बी फ्रॉम B to P, तो along BP अगेन। हुण जेड़ा राइट एंगल ट्रायंगल इधर बनता सी उही राइट एंगल ट्रायंगल इधर बन रहा, तो इस केस दे विच सानू ज़्यादा कैलकुलेशन करने की लोड़ नहीं है। BP स्क्वायर इज इक्वल टू OB square plus OP square, this is just equal to L square plus R square। ਤਾਂ ਇਸ ਤਰ੍ਹਾਂ ਸਾਡੇ ਕੋਲ BP ਦੀ ਵੀ ਵੈਲਿਊ ਆ ਗਈ। ਹੁਣ ਜਿਵੇਂ ਕਿ ਅਸੀਂ BP ਦੀ ਵੈਲਿਊ ਕੱਢ ਲਈ ਹੈ, ਤਾਂ ਅਸੀਂ E2 ਦੀ ਵੈਲਿਊ ਲਿਖ ਸਕਦੇ ਹਾਂ Q upon 4 pi epsilon naught L square plus R square along BP produced। ਤਾਂ ਦੇਖ ਲਓ ਇਹ ਇਸ ਵੇ ਦੇ ਵਿੱਚ ਇਧਰਲੇ ਪਾਸੇ ਨੂੰ E2 ਜਿਹੜੀ ਫੀਲਡ ਹੈ ਉਹ ਹੋਏਗੀ। ਹੁਣ ਇਹ ਦੋ ਵੈਕਟਰ ਫੀਲਡਸ ਨੇ, ਤਾਂ ਇਹਨਾਂ ਦੋਨਾਂ ਦਾ ਸਾਨੂੰ ਰਿਜ਼ਲਟੈਂਟ ਅਸੀਂ ਜਿਹੜਾ ਆ ਉਹ ਕੈਲਕੂਲੇਟ ਕਰਨਾ। ਉਹ ਕੈਲਕੂਲੇਟ ਕਰਨ ਦੇ ਲਈ ਅਸੀਂ ਇਹਨਾਂ ਦੋ ਵੈਕਟਰ ਕੁਆਂਟੀਟੀਜ਼ ਦੇ ਜਿਹੜੇ ਕੰਪੋਨੈਂਟ ਹੈ ਉਹ ਅਸੀਂ ਅਸਿਊਮ ਕਰਨ ਜਾ ਰਹੇ ਹਾਂ। अगर असी ये मान लीए कि यह जोड़ा एंगल है दिस इज थीटा, और इस जी डाइपोल की लाइन है ये पैरेलल एक मैं लाइन मान लवा इन दिस मैनर से, सॉरी थोड़ी जी गलत हो गई है इस वे दे विच, तां यह वाला एंगल भी थीटा होएगा। दिस इज ऑल्टरनेट इंटीरियर एंगल्स। जेकर इधर थीटा एंगल है ਤਾਂ ਇੱਧਰ ਵੀ ਥੀਟਾ ਐਂਗਲ ਹੀ ਹੋਏਗਾ, ਤਾਂ ਇਹ ਵਾਲਾ ਐਂਗਲ ਇਹਦੇ ਬਰਾਬਰ ਹੋਏਗਾ ਵਿਚ ਇਜ਼ ਕੋਰਸਪੋਂਡਿੰਗ ਐਂਗਲਸ। ਹੁਣ ਇਹਨਾਂ E1 ਔਰ E2 ਦੇ ਮੈਂ ਕੰਪੋਨੈਂਟ ਕਰਨ ਜਾ ਰਿਹਾ। ਤੁਹਾਨੂੰ +1 ਦੇ ਵਿੱਚ ਮੈਂ ਸਿਖਾਇਆ ਸੀ ਬੱਚੇ ਕਿ ਜਿਸ ਲਾਈਨ ਦੇ ਨਾਲ ਐਂਗਲ ਬਣਦਾ ਹੈ ਉਸ ਸਾਈਡ cos ਕੰਪੋਨੈਂਟ ਹੁੰਦਾ ਹੈ, ਔਰ ਜਿਹੜੀ ਲਾਈਨ ਉਸ cos ਵਾਲੇ ਕੰਪੋਨੈਂਟ ਦੇ ਪਰਪੈਂਡੀਕੂਲਰ ਹੁੰਦੀ ਹੈ उधर साइन कंपोनेंट होंदा है। तो साडे कोल की आ जाएगा, इधर पहला कंपोनेंट इहदा आ जाएगा E1 cos थीटा। आई होप तुहाडे बुक दे विच भी मे बी इदां लिखा होए, उत्थे E माइनस करके लिखा हो सकता है, तो डोंट कन्फ्यूज इन इट। इसे तरह इसे पासे इहदा कंपोनेंट आ जाएगा E2 cos थीटा। आई होप तुहानू वीडियो दे विच इह दिख रहा होएगा। E1 का एक होर कंपोनेंट है विच इज परपेंडिकुलर टू दिस, तो E1
साइन थीटा, और एक कंपोनेंट ऊपर वाली साइड है विच इज ड्यू टू E2 एंड इट इज E2 साइन। ਅਸੀਂ E1 और E2 ਦੇ ਜਿਹੜੇ ਮੈਗਨੀਟਿਊਡ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਦੋਨਾਂ ਦੇ ਮੈਗਨੀਟਿਊਡ ਸੇਮ ਆ। ਦੇਖੋ ਇਹ E1 ਲਿਖਿਆ ਹੋਇਆ ਹੈ और ये E2 लिखा, दोनों के मैगनीट्यूड सेम है। इसका मतलब की होया, मैगनीट्यूड सेम है, कंपोनेंट्स की वैल्यू भी सेम आएगी, बट सानू गल आ जाती है, साडी मुकदी है डायरेक्शन के उपर। जिहड़ा E1 साइन थीटा कंपोनेंट है वो वर्टिकली डाउनवर्ड जा रहा है, E2 साइन थीटा अपवर्ड जा रहा है, दे आर ओपोजिट टू ईच अदर। ਇਹ ਜਿਹੜੇ ਦੋਨੋਂ ਕੰਪੋਨੈਂਟ ਹੈ ਦੇ ਆਰ ਅਲੋਂਗ ਦ ਸੇਮ ਡਾਇਰੈਕਸ਼ਨ, ਦੈਟਸ ਵਾਈ ਸਾਡੇ ਕੋਲ ਕੀ ਆ ਜਾਏਗਾ ਕਿ ਇਹ ਜਿਹੜੇ ਦੋ ਕੰਪੋਨੈਂਟ ਹੈ ਇਹ ਕੈਨਸਲ ਆਊਟ ਹੋ ਜਾਣਗੇ, और आ ਜਿਹੜੇ ਦੋ ਕੰਪੋਨੈਂਟ ਹੈ ਇਹ ਮਿਲ ਕੇ ਸਾਨੂੰ ਰਿਜ਼ਲਟੈਂਟ ਫੀਲਡ ਦੇਣਗੇ ਪੁਆਇੰਟ P ਦੇ ਉੱਪਰ। ਤਾਂ the components E1 sin theta and E2 sin theta cancel out each other। ठीक है, इसका रीजन मैं तुहानू समझा चुके हैं, बुक दे विच बड़े ही वधिया तरीके दे नाल इस रीजन नू भी एक्सप्लेन किया गया है। सो रिजल्टेंट फील्ड एट कैपिटल P, हुण इस P पॉइंट के उपर जिहड़ी रिजल्टेंट फील्ड है असीं ओहदी गल कर लैंदे हां। तां तुसीं हुण तक समझ गए होवोगे कि ये काहदे बराबर होएगी। It will be the sum of components along this side which are E1 cos theta and E2 cos theta. The resultant field at P that is equal E is equal to E1 cos theta plus E2 cos theta। ਹੁਣ ਸਾਨੂੰ E1 और E2 ਦੀਆਂ ਵੈਲਿਊਜ਼ ਵੀ ਪਤਾ ਹੈ। as E1 is equal to E2, मैं ਇੱਥੇ ਵੈਕਟਰ ਸਾਈਨ ਨਹੀਂ ਪਾ ਰਿਹਾ, ਇਹਦਾ ਮਤਲਬ ਕੀ ਹੋਇਆ कि दोनों के मैग्नीट्यूड सेम है। आई एम जस्ट राइटिंग द मैग्नीट्यूड्स, देयरफॉर कैपिटल E इज इक्वल टू 2 टाइम्स E1 cos थीटा। आई होप ये गल बिल्कुल क्लीयर होएगी कि E1 ते E2 इक्वल है, दोनों सम हो जाएंगे, cos थीटा दोनों दे विच सेम ही है। तां ये जिहड़ा आ दिस इज इक्वल टू 2 टाइम्स Q अपॉन 4 पाई एप्सिलॉन नॉट L स्क्वायर प्लस R स्क्वायर, और जिहड़ा cos थीटा है उसकी वैल्यू भी आपां लिख लांगे। जेकर असीं देखिए ऑल्सो cos थीटा दिस इज इक्वल टू नथिंग। आ देखो cos थीटा इथों कढना आपां, आ बेस ते आ हाइपोटेनियस, ये साडे कोल आ गया L अपॉन L स्क्वायर प्लस R स्क्वायर ते इहदा सारे दा अंडर रूट जिन्हों के पावर 1/2 लिखा जा सकता है। तो हुण ये वाली वैल्यू जिहड़ी है वो आपां इत्थे पुट करनी है। तो E इज इक्वल टू 2Q अपॉन 4 पाई एप्सिलॉन नॉट L स्क्वायर प्लस R स्क्वायर, एक वैल्यू आ गई, और ये मल्टीप्लीकेशन दे विच L अपॉन L स्क्वायर प्लस R स्क्वायर सारे की पावर 1/2, ये साडे कोल फैक्टर आ गया। इतों तक आई हो क्लीयर होएगा। हुण असीं इहनूं फाइनलाइज करना है, जिहड़ियां कॉमन टर्म्स हैगियां उन्हां दीयां पावर्स सेम कर देवांगे, इकट्ठियां कर देवांगे, और इत्थे साडे कोल 2Q into L बन रहा। जेकर असीं गल करिए 2L की है, 2L इज द लेंथ, और जिहड़ा Q है दैट इज चार्ज, आइदर चार्ज कह लीए, एंड यू नो बेटर कि आइदर चार्ज इनटू द लेंथ ऑफ द डाइपोल that's equal to the dipole moment, magnitude of dipole moment। तो आ जिहड़ा पूरा फैक्टर है 2Q into L, it is equal to nothing but P, that is the dipole moment। और जिहड़ा नीचे वाला फैक्टर है इहदे विच देखो 4 पाई एप्सिलॉन नॉट, ये तो बाहर रहेगा, L स्क्वायर प्लस R स्क्वायर, इत्थे इहदी पावर 1, इत्थे अगर मैं लिखना चाहां 1, और इत्थे पावर 1/2, सो 1 प्लस 1/2 इज इक्वल टू 3/2। तो ये साडे कोल क्या बन गया, E is equal to P upon 4 pi epsilon naught L square plus R square whole raised to power 3/2। A दा मैग्नीट्यूड बन गया।
ਹੁਣ ਗੱਲ ਇੱਥੇ ਇੱਕ ਰਹਿ ਗਈ ਹੈ, ਇਹਦੀ ਡਾਇਰੈਕਸ਼ਨ ਕੀ ਹੋਏਗੀ। ਤਾਂ ਇੱਥੋਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ ਕਿਸ ਸਾਈਡ ਨੂੰ ਹੈਗਾ। ਜੇ ਮੈਂ ਇਹਨੂੰ ਲਿਖਾਂ, ਇੱਥੇ ਮੈਂ x ਪੁਆਇੰਟ ਲੈ ਲਵਾਂ ਤਾਂ along px, ਠੀਕ ਹੈ, ਇਹਨੂੰ ਲਿਖਿਆ ਜਾ ਸਕਦਾ along px। ਆਈ ਹੋਪ ਇਹ ਗੱਲ ਵੀ ਤੁਹਾਨੂੰ ਕਲੀਅਰ ਹੋ ਜਾਏਗੀ। ਤਾਂ ਇਹ ਤੁਹਾਡਾ ਆਰਟੀਕਲ ਕੰਪਲੀਟ ਹੁੰਦਾ ਹੈ ਬੱਚੇ। ਇਹਦੀਆਂ ਕੁਝ ਵੈਲਿਊਜ਼ ਹੈਗੀਆਂ, ਇਹ ਤਾਂ ਤੁਹਾਡੇ ਕੋਲ ਫਾਈਨਲ ਵੈਲਿਊ ਹੋਈ। ਹਾਂਜੀ, ਅਗਰ ਸਪੈਸ਼ਲ ਕੇਸ ਇਹਦਾ ਕੀ ਹੈ ਕਿ ਅਗਰ ਜਿਹੜਾ ਸਾਡਾ ਡਾਈਪੋਲ ਹੈ that is very short with respect to what, ਜਿਹੜੀ ਲੈਂਥ ਹੈ ਡਾਈਪੋਲ ਦੀ 2l, it is very small as compared to this r, which is the distance of the point P from its center। ਤਾਂ ਇਹਦੇ ਅਕੋਰਡਿੰਗ क्या आ जाएगा, that is, मतलब मैं जो बोलिया ये तुसी लिख लेना। if the dipole is very short, dipole is very short, that is r is very greater than l। ਤਾਂ ਇਸ ਅਪਰੋਕਸੀਮੇਸ਼ਨ ਦੇ ਅਕੋਰਡਿੰਗ ਸਾਡੇ ਕੋਲ ਕੀ ਆ ਜਾਏਗਾ, l square plus r square is approximately equal to r square। ਹੁਣ ਇਹ ਜਿਹੜੀ ਅਪਰੋਕਸੀਮੇਸ਼ਨ ਹੈ ਇਹ ਆਪਾਂ ਇੱਥੇ ਪੁੱਟ ਕਰ ਦੇਣੀ ਆ। ਤਾਂ ਇਹ ਸਾਡੇ ਕੋਲ ਬਣ ਜਾਏਗਾ E is equal to P upon 4 pi epsilon naught, ਇੱਥੇ ਇਕੱਲਾ ਰਹਿ ਜਾਏਗਾ r square ਦੀ ਪਾਵਰ 3/2 along px। ਤਾਂ ਸਕੁਅਰ ਦੀ ਪਾਵਰ ਜਿਹੜੀ ਹੈ 3/2 ਅਸੀਂ ਕੀਤੀ ਹੈ। ਤਾਂ ਉਹਦੇ ਅਕੋਰਡਿੰਗ ਇਹ ਬਣ ਜਾਏਗਾ ਜੀ ਸਾਡੇ ਕੋਲ ਆ 2 ਨਾਲ 2 ਕੱਟ ਗਿਆ। ਤਾਂ E is equal to P upon 4 pi epsilon naught r cube along px। ਜਦੋਂ ਤੁਹਾਨੂੰ ਪੇਪਰ ਦੇ ਵਿੱਚ ਆਰਟੀਕਲ ਪੁੱਛਿਆ ਜਾਣਾ ਹੈ ਤਾਂ ਉੱਥੇ ਗੱਲ ਉਹਨਾਂ ਨੇ ਕਰਨੀ ਹੈ ਕਿ ਫਾਈਂਡ ਦਾ ਮੈਗਨੀਟਿਊਡ ਆਫ ਇਲੈਕਟ੍ਰਿਕ ਫੀਲਡ ਡਿਊ ਟੂ ਅ ਸ਼ਾਰਟ ਡਾਈਪੋਲ। ਤਾਂ ਉੱਥੇ ਸਪੈਸ਼ਲ ਕੇਸ ਬਣ ਕੇ ਨਹੀਂ ਆਏਗਾ, ਉਹ ਆਟੋਮੈਟਿਕਲੀ ਉਹਨਾਂ ਨੇ ਕਿਹਾ ਹੋਇਆ ਕਿ ਉਹ ਇੱਕ ਸ਼ਾਰਟ ਡਾਈਪੋਲ ਦੀ ਗੱਲ ਕਰ ਰਹੇ ਆ। ਆਈ ਹੋਪ ਤੁਹਾਨੂੰ ਇਹ ਆਰਟੀਕਲ ਜਿਹੜਾ ਹੈ ਉਹ ਕਲੀਅਰ ਹੋਏਗਾ। ਫਰਦਰ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ, ਜਿਹੜੀ ਸ਼ਾਰਟ ਡਾਈਪੋਲ ਕਰਕੇ ਤੁਸੀਂ ਐਕਸੀਅਲ ਲਾਈਨ ਦੇ ਉੱਪਰ ਫੀਲਡ ਪਤਾ ਕੀਤੀ ਸੀ ਉਹਦੀ ਇਹ ਹਾਫ ਹੈ। ਉੱਥੇ ਇੱਥੇ 2p ਵਾਲਾ ਫੈਕਟਰ ਆਉਂਦਾ ਸੀਗਾ, ਇੱਥੇ 2p ਨਹੀਂ ਆਇਆ, ਇੱਥੇ ਸਿਰਫ p ਫੈਕਟਰ ਆਇਆ। ਤਾਂ ਇਹ ਵੀ ਗੱਲ ਚਿੱਤੇ ਰੱਖ ਲਿਓ ਕਿ ਕਿਸੇ ਡਾਈਪੋਲ ਦੇ ਕਰਕੇ ਜਿਹੜੀ ਫੀਲਡ ਹੈ ਐਕਸੀਅਲ ਲਾਈਨ ਤੇ ਜਿੰਨੀ ਫੀਲਡ ਹੋਏਗੀ ਉਹਦੀ ਹਾਫ ਹੋਏਗੀ ਫੀਲਡ ਔਨ ਇਟਸ ਇਕੁਆਟੋਰੀਅਲ ਲਾਈਨ। ਔਰ ਪਲੀਜ਼ ਇਹਦੇ ਇਸ ਵੀਡੀਓ ਦੇ ਰਿਲੇਟਡ ਜਿਹੜੇ ਵੀ ਡਾਊਟਸ ਹੈਗੇ ਆ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ, ਔਰ ਜਾਂ ਤੁਸੀਂ ਇਹ ਦੱਸ ਸਕਦੇ ਹੋ ਥਰੂ ਯੂਅਰ WhatsApp।